ਸੋ ਆਓ ਅੱਜ ਚੌਥੀ ਅਸ਼ਟਪਦੀ ਦੀ ਵਿਚਾਰ ਗੁਰੂ ਬਖਸ਼ਿਸ਼ ਤੇ ਰਹਿਮਤ ਦੇ ਨਾਲ ਸਾਂਝਿਆ ਕਰਨ ਦਾ ਯਤਨ ਕਰੀਏ। ਸੋ ਇਸ ਪਾਵਨ ਤੇ ਪਵਿੱਤਰ ਅਸ਼ਟਪਦੀ ਦੇ ਅੰਦਰ ਕਿਉਂਕਿ ਹਜ਼ੂਰ ਨੇ ਅਸ਼ਟਪਦੀ ਤੋਂ ਪਹਿਲਾਂ ਸਲੋਕ ਉਚਾਰਨ ਕੀਤਾ ਹੈ, ਸਲੋਕ ਦੇ ਅੰਦਰ ਆਪਾਂ ਨੂੰ ਇਹ ਗੱਲ ਸਮਝਾ ਦਿੱਤੀ ਹੈ ਕਿ ਇਸ ਪਾਵਨ ਅਸ਼ਟਪਦੀ ਦੇ ਅੰਦਰ ਆਪਾਂ ਇਸ ਗੱਲ ਦੇ ਉੱਪਰ ਲੈ ਕਰਕੇ ਸਾਰੀ ਵਿਚਾਰ ਕਰਾਂਗੇ। ਤਾਂ ਅੱਜ ਦੇ ਸਲੋਕ ਦੇ ਦੁਆਰਾ ਸਤਿਗੁਰਾਂ ਨੇ ਆਪਾਂ ਨੂੰ ਇਹ ਸਰਲੇਖ ਬਖਸ਼ਿਸ਼ ਕੀਤਾ ਹੈ ਕਿ ਸਾਨੂੰ ਸਦਾ ਹੀ ਉਸ ਪਤੀ ਪਰਮਾਤਮਾ ਮਾਲਕ ਨੂੰ ਹਿਰਦੇ ਦੇ ਅੰਦਰ ਯਾਦ ਰੱਖਣਾ ਚਾਹੀਦਾ ਹੈ। ਇੱਕ ਤਾਂ ਇਹ ਹੈ ਕਿ ਇਹ ਸਾਡੇ ਨਾਲ ਨਿਭਣ ਵਾਲਾ ਹੈ, ਤੇ ਦੂਸਰਾ ਇਹ ਹੈ ਕਿ ਕਦੇ ਆਪਾਂ ਇਹ ਖਿਆਲ ਮਾਰ ਕਰਕੇ ਦੇਖੀਏ ਕਿ ਸਾਡੇ ਉੱਪਰ ਉਸ ਪਰਮਾਤਮਾ ਨੇ ਕਿਹੜੀ ਕਿਹੜੀ ਰਹਿਮਤ ਕੀਤੀ ਹੈ। ਜੇ ਅਸੀਂ ਇਸ ਬੰਨੇ ਵੱਲ ਨੂੰ ਨਿਗਾਹ ਮਾਰ ਕਰਕੇ ਵੇਖਾਂਗੇ ਨਾ, ਤਾਂ ਫਿਰ ਤਾਂ ਕਦੇ ਵੀ ਮਨ ਜਿਹੜਾ ਹੈ ਉਹ ਉਹਨੂੰ ਵਿਸਾਰੇਗਾ ਹੀ ਨਹੀਂ। ਜਿਸ ਗੱਲ ਦੀ ਸਾਨੂੰ ਸੋਝੀ ਪੈ ਜਾਵੇ ਤਾਂ ਆਓ ਸਤਿਗੁਰੂ ਪਾਤਸ਼ਾਹ ਜੀ ਆਪਾਂ ਨੂੰ ਇਹ ਸਾਰਾ ਪਾਵਨ ਤੇ ਪਵਿੱਤਰ ਉਪਦੇਸ਼ ਬਖਸ਼ਿਸ਼ ਕਰਨਗੇ। ਨਾਲੇ ਕੱਲਾ ਕੱਲਾ ਗੁਣ ਸਤਿਗੁਰੂ ਪਾਤਸ਼ਾਹ ਜੀ ਆਪਾਂ ਨੂੰ ਚੇਤੇ ਕਰਾਉਣਗੇ ਕਿ ਪ੍ਰਮਾਤਮਾ ਨੇ ਸਾਡੇ ਉੱਪਰ ਕਿਹੜੀ ਕਿਹੜੀ ਰਹਿਮਤ ਕੀਤੀ ਹੈ। ਫਿਰ ਕੀ ਐਸੇ ਵਾਹਿਗੁਰੂ ਨੂੰ ਭੁੱਲਣਾ ਚਾਹੀਦਾ ਹੈ? ਜੇ ਭੁੱਲਾਂਗੇ ਤੇ ਸਾਡੀ ਕਿੱਡੀ ਵੱਡੀ ਮੂਰਖਤਾ ਹੀ ਹੋਵੇਗੀ। ਹਜ਼ੂਰ ਚੌਥੀ ਅਸ਼ਟਪਦੀ ਦੇ ਸਲੋਕ ਦੀ ਪ੍ਰਾਰੰਭਤਾ ਕਰਕੇ ਬਖਸ਼ਿਸ਼ ਕਰਦੇ ਨੇ। ਸਲੋਕ ਨਿਰਗੁਣਿਆਰ ਆਨਿਆ ਸੋ ਪ੍ਰਭ ਸਦਾ ਸਮਾਲ, ਜਿਨ ਕੀਆ ਤਿਸ ਚੀਤ ਰਖ ਨਾਨਕ ਨਿਭਹੀ ਨਾਲ। ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ। ਨਿਰਗੁਣ ਆਰ ਆਨਿਆ ਸੋ ਪ੍ਰਭ ਸਦਾ ਸਮਾਲ। ਇਹ ਅਣਜਾਣ ਤੇ ਗੁਣ ਤੋਂ ਹੀਨ ਮਨੁੱਖ, ਆਨਿਆਂ ਦਾ ਅਰਥ ਹੁੰਦਾ ਹੈ ਆਣਾ। ਏਦਾਂ ਕਰਕੇ ਸਦਾ ਸੋ ਪ੍ਰਭ ਸਦਾ ਸਮਾਲ। ਉਸ ਮਾਲਕ ਵਾਹਿਗੁਰੂ ਪਰਮੇਸ਼ਰ ਪਰਮਾਤਮਾ ਨੂੰ ਸਦਾ ਹੀ ਆਪਣੇ ਚੇਤੇ ਦੇ ਵਿੱਚ ਰੱਖ, ਉਹਨੂੰ ਸਦਾ ਹੀ ਯਾਦ ਕਰ। ਕਿਉਂਕਿ ਜਿਨ ਕੀਆ ਤਿਸ ਚੀਤ ਰਖ, ਜਿਸ ਪਰਮਾਤਮਾ ਨੇ ਕਿਰਪਾ ਕਰਕੇ ਸਾਨੂੰ ਪੈਦਾ ਕੀਤਾ ਹੈ, ਜਿਨ ਕੀਆ, ਜਿਹਨੇ ਰਹਿਮਤ ਕਰਕੇ ਤੇ ਸਾਨੂੰ ਭੇਜਿਆ ਇਸ ਸੰਸਾਰ ਦੇ ਉੱਪਰ, ਤਿਸ ਚੀਤ ਰੱਖ, ਉਹਨੂੰ ਸਦਾ ਹੀ ਆਪਣੇ ਚੇਤੇ ਦੇ ਵਿੱਚ ਰੱਖ। ਨਾਨਕ ਨਿਭਹੀ ਨਾਲ, ਜੇ ਚੇਤੇ ਰੱਖੇਗਾ ਤੇ ਉਹ ਤੇਰਾ ਹਰ ਸਮੇਂ ਦੇ ਉੱਪਰ ਸਾਥ ਨਿਭਾਏਗਾ। ਹੁਣ ਇਸ ਸ਼ਲੋਕ ਦੇ ਅੰਦਰ ਸਤਿਗੁਰਾਂ ਨੇ ਇਹ ਬਖਸ਼ਾ ਆਪਾਂ ਨੂੰ ਕਰਕੇ ਸਮਝਾ ਦਿੱਤੀਆਂ ਨੇ। ਚੇਤੇ ਵਿੱਚ ਕਿਉਂ ਰੱਖਣਾ ਹੈ? ਕਿਉਂਕਿ ਉਹਨੇ ਸਾਨੂੰ ਭੇਜਿਆ ਇਸ ਸੰਸਾਰ ਦੇ ਉੱਪਰ, ਇੱਕੋ ਸਾਡੇ ਨਾਲ ਨਿਭਣ ਵਾਲਾ ਹੈ।
ਜਦੋਂ ਸਵਾਸ ਸਵਾਸ ਜਪਣ ਦੀ ਗੱਲ ਆਉਂਦੀ ਹੈ ਤਾਂ ਆਪਾਂ ਨੂੰ ਹਜੂਰ ਬਖਸ਼ਿਸ਼ ਕਰਤੇ ਨੇ, ਉਸਤਤ ਮਨ ਮੈਂ ਕਰ ਨਿਰੰਕਾਰ, ਕਾਰ ਮਨ ਮੇਰੇ ਸਤ ਵਿਵਹਾਰ, ਨਿਰਮਲ ਰਸਨਾ ਅੰਮ੍ਰਿਤ ਪੀਓ, ਸਦਾ ਸੁਹੇਲਾ ਕਰ ਲੇਹ ਜੀਓ। ਉਸ ਅਕਾਲ ਪੁਰਖ ਵਾਹਿਗੁਰੂ ਦੀ ਵਡਿਆਈ ਕਰ, ਉਹਨੂੰ ਮਨ ਦੇ ਅੰਦਰ ਸੱਚਾ ਵਿਹਾਰ ਕਰ, ਜੀਭ ਦੇ ਨਾਲ ਉਹਦਾ ਅੰਮ੍ਰਿਤ ਰੂਪੀ ਰਸ ਜਿਹੜਾ ਹੈ, ਨਾਮ ਰੂਪੀ ਰਸ ਚਖਣਾ ਕਰ, ਪ੍ਰਾਪਤੀ ਕੀ ਹੋਵੇਗੀ ਸਦਾ ਸੁਹੇਲਾ ਕਰ ਲੇਹ ਜੀਓ। ਇਹਦੇ ਨਾਲ ਤੇਰੀ ਜਿੰਦ ਸਦਾ ਹੀ ਸੁਖੀ ਹੋ ਜਾਵੇਗੀ, ਕਿਉਂਕਿ ਸਤਿਗੁਰੂ ਆਪਾਂ ਨੂੰ ਕਹਿ ਰਹੇ ਨੇ ਸੋ ਪ੍ਰਭ ਸਦਾ ਸੰਭਾਲ। ਕਿਉਂ ਸਤਿਗੁਰੂ ਵਾਰ-ਵਾਰ ਜਪਣ ਦੇ ਉੱਪਰ ਜ਼ੋਰ ਦਿੰਦੇ ਨੇ। ਸਤਿਗੁਰੂ ਕਹਿੰਦੇ ਸਿਮਰ 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 ਗੁਣ ਗਾਵਾਂ, ਕਾਟੀ ਜਮ ਕੀ ਫਾਸਾ ਜੀਓ। ਜਪਣ ਦੇ ਨਾਲ, ਪ੍ਰਮਾਤਮਾ ਦੀ ਸਿਫਤ ਸਲਾਹੁਤਾ ਗਾਉਣ ਦੇ ਨਾਲ, ਵਾਹਿਗੁਰੂ ਨੂੰ ਚੇਤੇ ਰੱਖਣ ਦੇ ਨਾਲ, ਕਾਟੀ ਜਮ ਕੀ ਫਾਸਾ ਜੀਓ, ਤੇਰਾ ਜਮਾਂ ਦਾ ਰੱਸਾ ਜਿਹੜਾ ਗਲ 'ਚ ਪੈਣਾ ਉਹ ਕੱਟਿਆ ਜਾਵੇਗਾ, ਉਹਦੇ ਤੋਂ ਤੇਰੀ ਖਲਾਸੀ ਹੋ ਜਾਵੇਗੀ। ਹੋਰ ਆਪਾਂ ਬਚਨ ਪੜ੍ਹਦੇ ਹਾਂ ਤਾਂ ਸਤਿਗੁਰੂ ਪਾਤਸ਼ਾਹ ਜੀ ਆਖਦੇ ਨੇ, ਉਹਨੂੰ ਸਵਾਸ ਸਵਾਸ ਇਸ ਕਰਕੇ ਸਿਮਰਨਾ ਹੈ। ਸਿਮਰੋ ਸਿਮਰ ਸਿਮਰ ਸੁਖ ਪਾਵੋ, ਸਾਹ ਸਾਹ ਸੰਭਾਲੇ। ਹਰੇਕ ਸਾਹ ਦੇ ਨਾਲ ਉਹਨੂੰ ਯਾਦ ਕਰ, ਸਿਮਰੋ ਸਿਮਰ ਸਿਮਰ ਸੁਖ ਪਾਵੋ। ਸਿਮਰ ਕਰਕੇ ਭਾਈ ਸੁਖ ਦੀ ਪ੍ਰਾਪਤੀ ਕਰ। ਸਤਿਗੁਰੂ ਸਿਮਰੀਏ ਕਿੰਨਾ ਚਿਰ, ਕੋਈ ਸਮਾਂ ਤਾਂ ਹਜੂਰ ਤਾਂ ਕਹਿੰਦੇ ਸਾਸ ਸਾਸ ਸੰਭਾਲੇ। ਜੇ ਸਤਿਗੁਰਾਂ ਨੂੰ ਪੁੱਛਦੇ ਆ ਤੇ ਸਤਿਗੁਰੂ ਤੇ ਕਹਿੰਦੇ ਇੱਕ ਸਾਹ ਵੀ ਬਿਰਥਾ ਨਹੀਂ ਜਾਣਾ ਚਾਹੀਦਾ, ਕਿਉਂਕਿ ਜਿਹੜਾ ਉਹਦੀ ਯਾਦ ਤੋਂ ਬਿਨਾਂ ਨਿਕਲ ਗਿਆ ਉਹ ਨੇਫਲ ਚਲਾ ਗਿਆ। ਜਿਹੜਾ ਜੀਵਨ ਉਹਦੀ ਯਾਦ ਤੇ ਉਹਦੇ ਹੁਕਮ ਤੋਂ ਬਿਨਾਂ ਬੀਤ ਗਿਆ ਉਹ ਨੇਫਲ ਹੋ ਗਿਆ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਸਵਾਸ ਸਵਾਸ ਜਪ, ਇਹ ਲੋਕ ਪ੍ਰਲੋਕ ਸੰਗ ਸਹਾਈ, ਜਤ ਕਤ ਮੋਹਿ ਰਖਵਾਲੇ। ਕਿਉਂਕਿ ਨਾਮ ਜਿਹੜਾ ਹੈ ਉਹ ਲੋਕ ਤੇ ਪ੍ਰਲੋਕ ਦੇ ਵਿੱਚ ਸਹਾਇਤਾ ਕਰਨ ਵਾਲਾ ਹੈ। ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਬਚਨ ਪੜ੍ਹਦੇ ਆਪਾਂ ਧਨਾਸਰੀ ਰਾਗ ਦੇ ਅੰਦਰ। ਸਤਿਗੁਰੂ ਕਹਿੰਦੇ ਹਲਤ ਸੁਖ ਪਲਤ ਸੁਖ ਨਿਤ ਸੁਖ, ਸਿਮਰਨੋ ਨਾਮ ਗੋਬਿੰਦ ਕਾ ਸਦਾ ਲੀਜੈ। ਇਹਦੇ ਤੋਂ ਵੱਡੀ ਹੋਰ ਹੁਣ ਬਖਸ਼ਿਸ਼ ਸਾਨੂੰ ਕਿੱਥੋਂ ਮਿਲੇਗੀ। ਹਲਤ ਸੁਖ ਪਲਤ ਸੁਖ, ਦੁਨੀਆ ਦੇ ਸੁਖ, ਦੁਨੀਆ ਤੇ ਜਾਣ ਤੋਂ ਬਾਅਦ ਦੇ ਸੁਖ, ਸਦਾ ਹੀ ਸੁਖ। ਨਾਮ ਗੋਬਿੰਦ ਕਾ ਸਦਾ ਲੀਜੈ, ਸਦਾ ਹੀ ਪਰਮੇਸ਼ਰ ਨੂੰ ਧਿਆਈਏ ਆਪਣੇ ਹਿਰਦੇ ਦੇ ਅੰਦਰ। ਤਾਂ ਸਤਿਗੁਰਾਂ ਨੇ ਮੋਹਰ ਲਾ ਦਿੱਤੀ, ਕਹਿਣ ਲੱਗੇ ਮਿਟੇ ਕਮਾਣੇ ਪਾ ਵਿਚਰਾਣੇ, ਸਾਧ ਸੰਗਤ ਮਿਲ ਮੂਆ ਜੀਜੈ। ਸਿਮਰਨ ਦੀ ਬਰਕਤ ਦੇ ਨਾਲ ਚਿਰਾਂ ਦੇ ਕਮਾਏ ਹੋਏ ਪਾਪ ਮਿਟ ਜਾਂਦੇ ਨੇ। ਸਾਧ ਸੰਗਤ ਵਿੱਚ ਮਿਲ ਕਰਕੇ ਸਿਮਰਨ ਕਰਨ ਦੇ ਨਾਲ ਆਤਮਿਕ ਤੌਰ ਤੇ ਮਰਿਆ ਹੋਇਆ ਜੀਵ ਜਿਹੜਾ ਹੈ ਉਹਨੂੰ ਜੀਵਨ ਮਿਲ ਜਾਂਦਾ ਹੈ। ਉਹ ਆਪਣੇ ਅਸਲੀ ਘਰ ਦੇ ਵਿੱਚ ਆ ਜਾਂਦਾ ਹੈ। ਜਲ ਨਹੀਂ ਡੂਬੈ ਤਸਕਰ ਨਹੀਂ ਲੇਵੈ, ਭਾਹੇ ਨਾ ਸਾਕੇ ਜਾਲੇ। ਨਿਰਤਨ ਕੋ ਧਨ ਅੰਧਲੇ ਕੋ ਟਿਕ, ਮਾਤ ਦੂਧ ਜੈਸੇ ਬਾਲੇ। ਸਾਗਰ ਮੈਂ ਬੋਹਤ ਪਾਇਓ, ਹਰ ਨਾਨਕ ਕਰੀ ਕਿਰਪਾ ਕਿਰਪਾਲੇ। ਸਤਿਗੁਰਾਂ ਨੇ ਜਹਾਜ਼ ਖੜਾ ਕੀਤਾ ਇਸ ਸੰਸਾਰ ਰੂਪੀ ਭਵਜਲ ਸੰਸਾਰ ਦੇ ਉੱਪਰ। ਜਿਹੜਾ ਚੜ੍ਹ ਗਿਆ
ਉਹ ਪਰਲੇ ਕਿਨਾਰੇ ਦੇ ਉੱਪਰ ਜਾ ਉਤਰੇਗਾ। ਤਾਂ ਸਤਿਗੁਰੂ ਇੱਥੇ ਕਹਿੰਦੇ ਨੇ ਨਿਰਗੁਣ ਯਾਰ ਇਆਨਿਆ ਸੋ ਪ੍ਰਭ ਸਦਾ ਸੰਭਾਲ। ਇਹ ਅਣਜਾਣ ਮਨੁੱਖ ਕਿਉਂ ਪ੍ਰਮਾਤਮਾ ਨੂੰ ਭੁੱਲਿਆ ਹੋਇਆ ਨੂੰ ਸਦਾ ਹੀ ਯਾਦ ਰੱਖ। ਜਿਨ ਕੀਆ ਤਿਸ ਚੀਤ ਰੱਖ, ਜਿਹਨੇ ਤੈਨੂੰ ਪੈਦਾ ਕੀਤਾ ਹੈ ਉਹਨੂੰ ਯਾਦ ਰੱਖ, ਤੇ ਨਾਨਕ ਨਿਭੀ ਨਾਲ ਉਹਨੇ ਹੀ ਤੇਰੇ ਨਾਲ ਨਿਭਣਾ ਹੈ। ਹੁਣ ਸਾਨੂੰ ਪੈਦਾ ਪਰਮੇਸ਼ਰ ਨੇ ਕੀਤਾ ਹੋਇਆ, ਸਾਡੀ ਬਣਤਰ ਨੂੰ ਪਰਮੇਸ਼ਰ ਨੇ ਘੜਿਆ ਹੈ, ਜਿਹਦੇ ਬਾਬਤ ਆਪਾਂ ਹਰ ਰੋਜ਼ ਪੜ੍ਹਦੇ ਏ ਸਰੀਰਾ ਮੇਰਿਆ ਹਰ ਤੁਮ ਮੈਂ ਜੋਤ ਰੱਖੀ ਤਾਂ ਤੂੰ ਜਗ ਮੈਂ ਆਇਆ। ਤੇਰੇ ਢਾਂਚੇ ਨੂੰ ਬਣਾ ਕਰਕੇ ਉਹਨੇ ਆਪਣੀ ਵਿੱਚ ਜੋਤ ਟਿਕਾਈ, ਸਵਾਸਾਂ ਰੂਪੀ ਪੂੰਜੀ ਪਾ ਦਿੱਤੀ, ਤਾਂ ਤੂੰ ਜਗ ਮੈਂ ਆਇਆ। ਫਿਰ ਤੂੰ ਆਇਆ ਇਸ ਸੰਸਾਰ ਦੇ ਅੰਦਰ, ਹਰ ਜੋਤ ਰੱਖੀ ਤੁਧ ਵਿੱਚ, ਤਾਂ ਤੂੰ ਜਗ ਮੈਂ ਆਇਆ। ਅਰੇ ਆਪੇ ਮਾਤਾ ਆਪੇ ਪਿਤਾ ਜਿਨ ਜੀਉ ਉਪਾਏ ਜਗਤ ਦਿਖਾਇਆ। ਤੈਨੂੰ ਇਹ ਸੰਸਾਰ ਦਿਖਾਇਆ ਉਸ ਪਰਮਾਤਮਾ ਨੇ ਅੰਦਰ ਜੋਤ ਟਿਕਾ ਕਰਕੇ। ਫਿਰ ਆਪਣਾ ਕੀ ਫਰਜ਼ ਬਣਦਾ ਹੈ? ਚੇਤ ਗੋਵਿੰਦ ਅਰਾਧੀਐ ਹੋਵੇ ਆਨੰਦ ਘਣਾ। ਫਿਰ ਉਸ ਪਰਮੇਸ਼ਰ ਨੂੰ ਸਦਾ ਹੀ ਚੇਤੇ ਵਿੱਚ ਰੱਖਣਾ ਚਾਹੀਦਾ ਹੈ, ਉਹਨੂੰ ਕਦੇ ਵਾਸਤੇ ਵੀ ਭੁੱਲਣਾ ਨਹੀਂ ਚਾਹੀਦਾ। ਤਾਂ ਇਹ ਸਤਿਗੁਰਾਂ ਨੇ ਸ਼ਲੋਕ ਉਚਾਰਨ ਕੀਤਾ। ਹੁਣ ਇਸ ਤੋਂ ਅੱਗੇ ਸਤਿਗੁਰੂ ਜੀ ਅਸ਼ਟਪਦੀ ਦੀ ਰਮਤਾ ਕਰਦੇ ਨੇ ਤੇ ਸਾਨੂੰ ਸਮਝਾਉਣਗੇ ਕਿ ਆਪਾਂ ਕਿਉਂ ਪ੍ਰਮਾਤਮਾ ਨੂੰ ਚੇਤੇ ਰੱਖਣਾ, ਕਿਉਂ ਉਹਦੇ ਗੁਣ ਗਾਉਣੇ ਨੇ। ਸਵਾਸ ਸਵਾਸ ਹਜੂਰ ਕਿਰਪਾ ਕਰਦੇ ਨੇ। ਰਮਈਆ ਕੇ ਗੁਣ ਚੇਤ ਪ੍ਰਾਨੀ, ਕਵਣ ਮੂਲ ਤੇ ਕਵਣ ਦ੍ਰਿਸ਼ਟਾਨੀ। ਰਮਈਆ ਉਹ ਪਰਮੇਸ਼ਰ ਵਾਹਿਗੁਰੂ ਜਿਹੜਾ ਹਰ ਇੱਕ ਦੇ ਅੰਦਰ ਰਮਿਆ ਹੋਇਆ ਹੈ। ਕੇ ਗੁਣ ਚੇਤ ਪ੍ਰਾਨੀ, ਉਹਦੇ ਗੁਣਾਂ ਨੂੰ ਸਦਾ ਹੀ ਚੇਤੇ ਵਿੱਚ ਰੱਖ, ਸਦਾ ਹੀ ਉਹਨੂੰ ਯਾਦ ਕਰਿਆ ਕਰ। ਕਿਉਂਕਿ ਕਵਣ ਮੂਲ ਤੇ ਕਵਣ ਦ੍ਰਿਸ਼ਟਾਨੀ। ਇੱਕ ਗੱਲ ਚੇਤੇ ਰੱਖੀ, ਤੂੰ ਕੀ ਸੀ ਤੇ ਤੈਨੂੰ ਕੀ ਤੋਂ ਪ੍ਰਮਾਤਮਾ ਨੇ ਕੀ ਬਣਾ ਦਿੱਤਾ। ਵੇਖ, ਤੈਨੂੰ ਪ੍ਰਮਾਤਮਾ ਨੇ ਪੈਦਾ ਕੀਤਾ, ਤੇਰੀ ਰੱਖਿਆ ਕੀਤੀ, ਤੇਰੇ ਇਸ ਢਾਂਚੇ ਦੀ ਬਣਤਰ ਨੂੰ ਬਣਾ ਕਰਕੇ ਤੇ ਤੈਨੂੰ ਇਸ ਸੰਸਾਰ ਦੇ ਉੱਪਰ ਭੇਜ ਦਿੱਤਾ ਹੈ। ਕਿਉਂਕਿ ਇਹ ਤੇ ਅਸੀਂ ਸਾਰੇ ਸਮਝਦੇ ਹਾਂ ਕਿ 84 ਲੱਖ ਜੂਨ ਦੀ ਸ਼੍ਰੋਮਣੀ ਜੂਨ ਜਿਹੜੀ ਹੈ ਉਹ ਮਨੁੱਖਤਾ ਹੈ। ਹਰ ਕੋਈ ਖਾ ਪੀ ਸਕਦਾ ਹੈ, ਨੀਂਦ ਲੈ ਸਕਦਾ ਹੈ ਸਾਰੀਆਂ ਜੂਨਾਂ ਦੇ ਅੰਦਰ, ਪਰ ਜੋ ਸਤਿਗੁਰਾਂ ਨੇ ਮਨੁੱਖ ਨੂੰ ਸੋਝੀ ਦਿੱਤੀ ਹੋਈ ਹੈ, ਜੋ ਕੁਝ ਪ੍ਰਮਾਤਮਾ ਨੇ ਸਾਡੀ ਝੋਲੀ ਵਿੱਚ ਪਾਇਆ ਹੈ, ਹਰ ਇੱਕ ਗਿਆਨ ਇੰਦਰਾ ਸਾਨੂੰ ਸਤਿਗੁਰਾਂ ਨੇ ਦਿੱਤਾ ਹੋਇਆ ਹੈ। ਪਰ ਸਤਿਗੁਰੂ ਕਹਿੰਦੇ ਅਸੀਂ ਇੰਨਾ ਕੁਝ ਪ੍ਰਾਪਤ ਕਰਕੇ ਵੀ ਫਿਰ ਕਿਉਂ ਭੁੱਲਦੇ ਉਸ ਪ੍ਰਮਾਤਮਾ ਨੂੰ। ਰਮਈਆ ਕੇ ਗੁਣ ਚੇਤ ਪ੍ਰਾਨੀ। ਜਿੱਦਾਂ ਸਤਿਗੁਰੂ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਕਹਿੰਦੇ ਚੇਤਨਾ ਹੈ ਤੋ ਚੇਤ ਲੈ ਨਿਸ ਦਿਨ ਮੈਂ ਪ੍ਰਾਣੀ। ਪ੍ਰਮਾਤਮਾ ਦਾ ਸਿਮਰਨ ਕਰ ਲੈ ਭਾਈ ਰਾਤ ਤੇ ਦਿਨ ਲੱਗ ਕਰਕੇ, ਜਿੰਨਾ ਵੀ ਵੱਧ ਤੋਂ ਵੱਧ ਹੋ ਸਕਦਾ ਹੈ ਧਨ ਇਕੱਠਾ ਕਰ ਲੈ। ਕਿਉਂਕਿ ਛਿਨ ਛਿਨ ਔਦ ਬਿਹਾਤ ਹੈ ਫੂਟੇ ਘਟ ਜਿਉ ਪਾਣੀ। ਕੱਚੇ ਘੜੇ ਦੇ ਅੰਦਰ ਪਾਣੀ ਰੱਖਿਆ ਹੋਇਆ ਹੈ, ਬੂੰਦ ਬੂੰਦ ਕਰਕੇ ਘਟਦਾ ਜਾ ਰਿਹਾ ਹੈ, ਵੱਧਦਾ ਨਹੀਂ ਹੈ। ਛਿਨ ਛਿਨ ਔਦ ਬਿਹਾਤ ਹੈ। ਇੱਦਾਂ ਹੀ ਸਾਡਾ ਇਹ ਮਿੱਟੀ ਰੂਪੀ ਭਾਂਡਾ ਜਿਹੜਾ ਹੈ ਸਵਾਸਾ ਰੂਪੀ ਪਾਣੀ ਦੇ ਨਾਲ ਭਰਿਆ ਹੋਇਆ ਹੈ। ਇੱਕ ਇੱਕ ਬੂੰਦ ਕਰਕੇ, ਇੱਕ ਇੱਕ ਨਿਮਕ ਕਰਕੇ ਇਹ ਘਟਦਾ ਜਾ ਰਿਹਾ ਹੈ, ਵੱਧਦਾ ਨਹੀਂ ਹੈ। ਜਿਹਨੂੰ ਭਗਤ ਕਬੀਰ ਜੀ ਕਹਿੰਦੇ ਜਨਨੀ ਜਾਣਤ ਸੁਤ ਵੱਡਾ ਹੂਤ ਹੈ, ਇਤਨਾ ਕ ਨ ਜਾਣੈ ਦਿਨ ਦਿਨ ਅਬਦ ਘਟਤ ਹੈ। ਮਾਂ ਤਾਂ ਕਹਿੰਦੀ ਮੇਰਾ ਪੁੱਤਰ ਵੱਡਾ ਹੁੰਦਾ ਜਾ ਰਿਹਾ ਹੈ, ਪਰ ਪਰਮੇਸ਼ਰ ਵੱਲੋਂ ਦਿੱਤੇ ਹੋਏ ਸਵਾਸ ਤੇ ਉਮਰ ਜਿਹੜੀ ਹੈ ਉਹ ਘਟਦੀ ਜਾ ਰਹੀ ਹੈ। ਇੱਕ ਸਾਲ ਜਿੱਦਣ ਬਤੀਤ ਹੁੰਦਾ ਹੈ ਨਾ, ਉਦਣ ਬੈਠ ਕਰਕੇ ਖੁਸ਼ੀ ਵਿੱਚ ਇਹ ਨਾ ਕਿਹਾ ਕਰਕੇ ਅੱਜ ਮੈਂ ਇੰਨੀਆਂ ਸਾਲਾਂ ਦਾ ਹੋ ਗਿਆ ਹੈ। ਸਤਿਗੁਰੂ ਕਹਿੰਦੇ ਇਹ ਸੋਚਿਆ ਕਰਕੇ ਮੇਰੀ ਜ਼ਿੰਦਗੀ 'ਚੋਂ ਇੰਨੇ ਘਟ ਚੁੱਕੇ ਨੇ। ਕਿਉਂਕਿ ਅੱਜ ਸਾਡਾ ਇਹ ਵੀ ਤਰੀਕਾ ਬੜਾ ਵੱਖਰਾ ਹੋ ਗਿਆ, ਪਰ ਹਜ਼ੂਰ ਨੇ
ਸਾਨੂੰ ਇਹ ਸਮਝਾਇਆ ਸੀ ਕਿ ਜਿੱਦਣ 1 ਸਾਲ ਘਟੇ, ਘੱਟੋ ਘੱਟ ਆਪਾਂ ਵੇਖੀਏ ਕਿ ਕੀ ਖਟਿਆ ਤੇ ਕੀ ਕੁਝ ਮੈਂ ਗਵਾ ਲਿਆ ਇਸ ਸਾਲ ਦੇ ਅੰਦਰ, ਤੇ ਜਿਹੜਾ ਨਿਕਲ ਗਿਆ ਮੇਰੀ ਜ਼ਿੰਦਗੀ 'ਚੋਂ ਇਹਨੇ ਦੁਬਾਰਾ ਨਹੀਂ ਆਉਣਾ। ਇੱਕ ਖਿੰਨ ਜਿਹੜਾ ਸਮਾਂ ਨਿਕਲਦਾ ਜਾ ਰਿਹਾ ਹੈ ਉਹ ਦੁਬਾਰਾ ਸਾਡੀ ਜ਼ਿੰਦਗੀ ਵਿੱਚ ਨਹੀਂ ਆਵੇਗਾ। ਰਾਤ ਦਿਨ ਕਰਕੇ ਬਹੁਤ ਕੁਝ ਸਾਡੇ ਪਾਸੋਂ ਖੁੱਸਦਾ ਜਾ ਰਿਹਾ ਹੈ। ਛਿਨ ਛਿਨ ਔਦ ਬਿਹਾਤ ਹੈ ਫੂਟੇ ਘਟ ਜਿਉ ਪਾਣੀ, ਹਰ ਗੁਣ ਕਾਹੇ ਨਾ ਗਾਵਹੀ ਮੂਰਖ ਅਗਿਆਨਾ, ਝੂਠੇ ਲਾਲਚ ਲਾਗ ਕੇ ਨਹਿ ਮਰਨ ਪਛਾਨਾ। ਕਦੇ ਵੀ ਪਰਮੇਸ਼ਰ ਦੇ ਗੁਣ ਗਾਏ ਨਹੀਂ ਆਪਾਂ ਨੇ। ਮੂਰਖਤਾਈ ਵਾਲੀ, ਅਗਿਆਨਤਾ ਵਾਲੀ ਇਹ ਅਸੀਂ ਲਈ ਫੜੀ ਹੋਈ ਹੈ। ਝੂਠੇ ਸੰਸਾਰ ਦੇ ਮਗਰ ਲੱਗ ਕਰਕੇ ਤੇ ਮਰਨਾ ਸੰਸਾਰ ਦੇ ਵਿੱਚੋਂ ਭੁੱਲਿਆ ਹੋਇਆ ਹੈ। ਪਰ ਸਤਿਗੁਰੂ ਕਹਿੰਦੇ ਅਜੋ ਕਛ ਬਿਗੜਿਓ ਨਹੀਂ ਜੋ ਪ੍ਰਭ ਗੁਣ ਗਾਵੇ। ਸਤਿਗੁਰੂ ਕਹਿੰਦੇ ਚਲੋ ਪਿੱਛੇ ਜੋ ਕੁਝ ਹੋ ਗਿਆ ਹੋ ਗਿਆ, ਅਜੋ ਕਛ ਬਿਗੜਿਓ ਨਹੀਂ, ਅਜੇ ਵੀ ਕੁਝ ਨਹੀਂ ਵਿਗੜਿਆ। ਜਿੱਦਾਂ ਭਾਈ ਨੰਦ ਲਾਲ ਜੀ ਆਖਦੇ ਨੇ ਨਾ, ਆਗੇ ਸਮਝ ਚਲੋ ਨੰਦ ਲਾਲਾ, ਪਿੱਛੇ ਜੋ ਬੀਤੀ ਸੋ ਬੀਤੀ। ਜੋ ਪਿੱਛੇ ਹੋ ਗਿਆ, ਹੁਣ ਅੱਗੇ ਆਪਾਂ ਸਮਝ ਚੱਲੀਏ। ਕਹੋ ਨਾਨਕ ਤੇ ਭਜਨ ਤੇ ਨਿਰਭੈ ਪਦ ਪਾਵੈ। ਸਤਿਗੁਰੂ ਕਹਿੰਦੇ ਹੁਣ ਤੋਂ ਹੀ ਭਾਈ ਜਪਣਾ ਸ਼ੁਰੂ ਕਰ ਦੇ। ਰਾਮ ਭਜ ਜਨਮ ਸਿਰਾਤ ਹੈ। ਕਹੋ ਕਹਾਂ ਬਾਰ ਬਾਰ ਸਮਝਤ ਨਹੀਂ ਕਿਉਂ ਗਵਾਰ, ਬਿਨਸਤ ਨਹੀਂ ਲਾਗੇ ਬਾਰ ਓਰੇ ਸਮਗਾਤ ਹੈ। ਸਤਿਗੁਰੂ ਤੇ ਸਾਨੂੰ ਵਾਰ-ਵਾਰ ਕਹਿੰਦੇ ਨੇ, ਪਰ ਕਹਿੰਦੇ ਪਤਾ ਨਹੀਂ ਕਿਉਂ ਇਹ ਮਨ, ਇਹ ਮਨੁੱਖ ਜਿਹੜਾ ਸਮਝਣ ਵਾਸਤੇ ਤਿਆਰ ਨਹੀਂ ਹੈ। ਸਗਲ ਭਰਮ ਡਾਰ ਦੇਹ ਗੋਬਿੰਦ ਕੋ ਨਾਮ ਲੇਹ, ਅੰਤ ਬਾਰ ਸੰਗ ਤੇਰਾ ਇਹ ਹੈ ਇੱਕ ਜਾਤ ਹੈ। ਇਹੋ ਹੀ ਤੇਰੇ ਨਾਲ ਨਿਭਣ ਵਾਲਾ ਹੈ ਭਾਈ। ਇਸ ਕਰਕੇ ਸਤਿਗੁਰੂ ਕਹਿ ਰਹੇ ਨੇ ਰਮਈਆ ਕੇ ਗੁਣ ਚੇਤ ਪ੍ਰਾਨੀ, ਸਦਾ ਹੀ ਉਹਦੇ ਗੁਣਾਂ ਨੂੰ ਚੇਤੇ ਰੱਖ, ਕਿਉਂਕਿ ਉਹਨੂੰ ਤੇ ਆਪਾਂ ਭੁਲਾ ਹੀ ਨਹੀਂ ਸਕਦੇ ਜਿਹਨੇ ਕਵਣ ਮੂਲ ਤੇ ਕਵਣ ਦ੍ਰਿਸ਼ਟਾਨੀ, ਕਿੱਥੋਂ ਸਾਡਾ ਮੁੱਢ ਬੰਨਿਆ ਤੇ ਕਿੱਥੋਂ ਤੱਕ ਸਾਨੂੰ ਸਤਿਗੁਰੂ ਲੈ ਆਏ ਨੇ। ਹੋਰ ਕੈਸੀ ਕਿਰਪਾ ਕੀਤੀ ਹੈ, ਜਿਨ ਤੂੰ ਸਾਜ ਸਵਾਰ ਸਿਗਾਰਿਆ, ਗਰਭ ਅਗਨ ਮੈਂ ਜਿਨੇ ਉਬਾਰਿਆ। ਜਿਸ ਪਰਮਾਤਮਾ ਨੇ ਸਾਨੂੰ ਪਹਿਲਾਂ ਉਸ ਪਰਮਾਤਮਾ ਨੇ ਬਣਾਇਆ, ਜਿਨ ਤੂੰ ਸਾਜ ਸਾਜਿਆ, ਫਿਰ ਉਹਨੇ ਸਵਾਰਿਆ, ਫਿਰ ਉਹਨੇ ਸਵਾਰ ਕਰਕੇ ਸਾਨੂੰ ਸੰਸਾਰ ਦੇ ਉੱਪਰ ਭੇਜ ਦਿੱਤਾ। ਤੇ ਗਰਭ ਅਗਨ ਮੈਂ ਜਿਨੇ ਉਬਾਰਿਆ, ਜਿਨੇ ਮਾਂ ਦੀ ਗਰਭ ਦੇ ਅੰਦਰ ਜਠਰ ਅਗਨੀ ਤੋਂ ਸਾਨੂੰ ਬਚਾ ਕਰਕੇ ਰੱਖਿਆ। 3 ਤਰ੍ਹਾਂ ਦੀ ਅੱਗ ਮੰਨੀ ਜਾਂਦੀ ਹੈ, ਬੜਵਾ ਅਗਨੀ, ਜਠਰ ਅਗਨੀ। ਇੱਕ ਅੱਗ ਜਿਹੜੀ ਸੰਸਾਰ ਦੇ ਉੱਪਰ ਹੈ, ਜਠਰ ਅਗਨੀ ਜਿਹੜੀ ਮਾਂ ਦੀ ਗਰਭ ਦੇ ਅੰਦਰ ਹੈ, ਬੜਵਾ ਅਗਨੀ ਜਿਹੜੀ ਹੈ ਉਹ ਪਾਣੀ ਦੇ ਅੰਦਰ ਮੰਨੀ ਜਾਂਦੀ ਹੈ। ਪਰ ਹੁਣ ਸਤਿਗੁਰਾਂ ਨੇ ਕਿੱਡੀ ਕਿਰਪਾ ਕੀਤੀ ਸਾਡੇ ਉੱਪਰ। ਆਪਾਂ ਗੁਰਬਾਣੀ 'ਚ ਪੜ੍ਹਦੇ ਆ ਨਾ, ਤਾਂ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਰਕਤ ਬਿੰਦ ਕਰ ਨਿਮਿਆ, ਅਗਨ ਉਦਰ ਮਝਾਰ, ਉਰਦ ਮੁਖ ਕੁਚੀਲ ਬਿਕਲ, ਨਰਕ ਘੋਰ ਗੁਬਾਰ। ਕਿੱਥੇ ਸੀ ਤੂੰ? ਕਦੇ ਇਸ ਗੱਲ ਨੂੰ ਚੇਤੇ ਕਰਕੇ ਵੇਖੀ। ਤੈਨੂੰ ਰਕਤ ਬਿੰਦ ਕਰ ਨਿਮਿਆ, ਤੇਰੀ ਹੋਂਦ ਨੂੰ ਤਿਆਰ ਕੀਤਾ ਇੱਕ ਰਕਤ ਬਿੰਦ ਤੋਂ, ਫਿਰ ਤੈਨੂੰ ਮਾਂ ਦੀ ਗਰਭ ਦੇ ਵਿੱਚ ਅੱਗ ਤੋਂ ਬਚਾ ਕਰਕੇ ਰੱਖਿਆ। ਤੇਰੀ ਹਾਲਤ ਉੱਥੇ ਕੀ ਸੀ? ਉਰਦ ਮੁਖ, ਮੁਖ ਥੱਲੇ ਨੂੰ ਸੀ, ਕੁਚੀਲ ਬਿਕਲ, ਕਹਿਣ ਲੱਗੇ ਨਰਕ ਘੋਰ, ਜੋ ਕੁਝ ਵੀ ਮਾਂ ਖਾ ਰਹੀ ਉਹਦੇ ਪੇਟ ਦੇ ਅੰਦਰ ਜੋ ਕੁਝ ਵੀ ਹੈ ਨਰਕ ਘੋਰ ਗੁਬਾਰ। ਮਾਨੋ ਇੱਕ ਹਨੇਰਾ ਤੇ ਘੋਰ ਨਰਕ ਸੀ, ਪਰ ਕਿੱਡੀ ਕਿਰਪਾ ਹੋਈ। ਕਹਿਣ ਲੱਗੇ ਤੈਨੂੰ ਉਥੋਂ ਗਰਭ ਅਗਨ ਮੈਂ ਜਿਨੇ ਉਬਾਰਿਆ, ਤੈਨੂੰ ਤੱਤੀ ਵਾਹ ਨਹੀਂ ਉਸ ਪ੍ਰਮਾਤਮਾ ਨੇ ਲੱਗਣ ਦਿੱਤੀ। ਮਾਤ ਗਰਭ ਮੈਂ ਆਪਣ ਸਿਮਰਨ ਦੇ, ਤੈ ਤੁਮ ਰਾਖਣ ਹਾਰੀ। ਉੱਥੇ ਰੱਖ ਲਿਆ ਉਹਨੇ ਤੈਨੂੰ ਹੱਥ ਦੇ ਕਰਕੇ। ਉਸ ਪਰਮਾਤਮਾ ਨੇ ਤੇਰੇ ਉੱਪਰ ਕਿਰਪਾ ਕੀਤੀ, ਜਿਹਨੂੰ ਆਪਾਂ ਪੜ੍ਹਦੇ ਹਾਂ ਰਚੰਤ ਜੀ ਰਚਨਾ, ਮਾਤ ਗਰਭ ਅਸਥਾਪਨੰ, ਸਾ ਸਾ ਸਿਮਰੰਤ ਨਾਨਕ ਮਹਾ ਅਗਣ ਨਾ ਬਿਨਾਸਨੰ। ਮੁਖ ਤਲੇ ਪੈਰ ਉੱਪਰੇ ਵਸੰਦੋ ਕੁਹਥੜੈ ਥਾਏ। ਤੇਰਾ ਮੁਖ ਥੱਲੇ ਨੂੰ ਸੀ ਤੇ ਪੈਰ ਉੱਪਰ ਨੂੰ ਸਨ। ਬੜੇ ਨਰਕ ਘੋਰ ਦੇ ਅੰਦਰ ਸੀ ਤੂੰ, ਨਾਨਕ ਸੋ ਧਣੀ ਕਿਉਂ ਵਿਸਾਰਿਓ, ਉਧਰੈ ਜਿਸ ਦੇ ਨਾਈ। ਕਿਉਂ ਫਿਰ ਉਹਨੂੰ ਭੁੱਲਦੇ ਆ ਜਿਹਨੇ ਉੱਥੇ ਸਾਡੇ ਉੱਪਰ ਕਿਰਪਾ ਕੀਤੀ ਹੈ, ਜਿਹਨੇ ਰਹਿਮਤ ਵਰਤਾਈ ਹੈ ਸਾਡੇ ਉੱਪਰ। ਸਾਨੂੰ ਉਸ ਪਰਮਾਤਮਾ ਨੇ ਸਾਜਿਆ,
ਫਿਰ ਉਹਨੇ ਸਵਾਰਿਆ ਸਾਨੂੰ, ਇੱਕ ਇੱਕ ਸਾਨੂੰ ਗਿਆਨ ਇੰਦਰਾ ਉਸ ਪ੍ਰਮਾਤਮਾ ਨੇ ਦੇ ਦਿੱਤਾ। ਤਾਂ ਅਸੀਂ ਕਈ ਵਾਰੀ ਕਹਿ ਦਿੰਦੇ ਹਾਂ ਸਾਨੂੰ ਪ੍ਰਮਾਤਮਾ ਨੇ ਕੁਝ ਨਹੀਂ ਦਿੱਤਾ, ਇਲਾਮੇ ਵਾਲੇ ਬੰਨੇ ਬੰਦਾ ਤੁਰ ਪੈਂਦਾ ਹੈ। ਪਰ ਜੇ ਆ ਸਤਿਗੁਰੂ ਪਾਤਸ਼ਾਹ ਜੀਆਂ ਦੇ ਬਚਨ ਪੜ੍ਹੀਏ ਤੇ ਸਤਿਗੁਰੂ ਕਹਿੰਦੇ ਨੇ ਤੇਰੇ ਉੱਪਰ ਪ੍ਰਮਾਤਮਾ ਨੇ ਕਿੱਡੀ ਵੱਡੀ ਕਿਰਪਾ ਕੀਤੀ ਹੈ। ਤੇ ਸੰਤ ਮਸਕੀਨ ਸਿੰਘ ਗੁਣੀ ਕਹਿੰਦੇ ਹੁੰਦੇ ਸਨ, ਪਰ ਜਿਹੜੀ ਵਸਤੂ ਸਾਡੇ ਕੋਲ ਹੁੰਦੀ ਹੈ ਨਾ, ਸਾਨੂੰ ਉਹਦੇ ਮੁੱਲ ਦਾ ਨਹੀਂ ਪਤਾ ਹੁੰਦਾ। ਜਿਹਦੇ ਕੋਲ ਨਹੀਂ ਹੈਗੀ ਕਦੇ ਉਹਨੂੰ ਪੁੱਛ ਕਰਕੇ ਵੇਖਿਓ ਕਿ ਇਹਦੀ ਕੀਮਤ ਕਿੰਨੀ ਹੈ। ਸਾਨੂੰ ਪ੍ਰਮਾਤਮਾ ਨੇ ਕੰਚਨ ਦੀ ਤਰ੍ਹਾਂ ਸਰੀਰ ਦਿੱਤਾ ਹੋਇਆ ਹੈ, ਪਰ ਜਿਹਦੇ ਕੋਲ ਦੋ ਹੱਥ ਨਹੀਂ ਹੈਗੇ, ਜਿਹੜਾ ਆਪ ਪ੍ਰਸ਼ਾਦਾ ਨਹੀਂ ਛਕ ਸਕਦਾ, ਉਹਨੂੰ ਪੁੱਛ ਕਰਕੇ ਵੇਖੀ ਇਹਨਾਂ ਹੱਥਾਂ ਦੀ ਕੀਮਤ ਕਿੰਨੀ ਹੈ। ਜਿਹਦੇ ਕੋਲ ਦੋ ਪੈਰ ਤੇ ਲੱਤਾਂ ਨਹੀਂ, ਜਿਹੜਾ ਤੁਰ ਨਹੀਂ ਸਕਦਾ, ਉਹਨੂੰ ਪੁੱਛ ਕੇ ਦੇਖੀ ਕਿ ਤੈਨੂੰ ਪ੍ਰਮਾਤਮਾ ਨੇ ਕੀ ਕੁਝ ਦਿੱਤਾ ਹੋਇਆ। ਜਿਹਦੇ ਕੋਲ ਨੈਣਾਂ ਦੀ ਜੋਤ ਨਹੀਂ, ਜਿਹੜਾ ਵੇਖ ਹੀ ਨਹੀਂ ਸਕਦਾ, ਸਾਰੀ ਉਮਰ ਜਿੰਨੇ ਆਇਆ ਵੀ ਸੰਸਾਰ ਤੇ ਹਨੇਰੇ 'ਚ ਹੀ ਕੱਢ ਦਿੱਤੀ, ਵੇਖਿਆ ਵੀ ਕੁਝ ਨਾ, ਉਹਨੂੰ ਪੁੱਛ ਕਰਕੇ ਵੇਖੀ ਕਿ ਇਹਨਾਂ ਅੱਖਾਂ ਦੀ ਕੀਮਤ ਕਿੰਨੀ ਹੈ। ਇਸ ਕਰਕੇ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਜਿਨ ਕੀਤਾ ਮਾਟੀ ਤੇ ਰਤਨ, ਜਿਸ ਪ੍ਰਮਾਤਮਾ ਨੇ ਕਿਰਪਾ ਕੀਤੀ ਤੇ ਤੈਨੂੰ ਮਿੱਟੀ ਤੋਂ ਅਮੋਲਕ ਬਣਾ ਦਿੱਤਾ। ਮਾਟੀ ਤੇ ਰਤਨ, ਮਿੱਟੀ ਤੋਂ ਤੈਨੂੰ ਰਤਨਾ ਵਰਗਾ ਬਣਾਇਆ ਹੋਇਆ ਹੈ। ਗਰਭ ਮੈਂ ਰਾਖਿਆ ਜਿਨ ਕਰ ਜਤਨ, ਜਿਸ ਪ੍ਰਮਾਤਮਾ ਨੇ ਤੈਨੂੰ ਮਾਂ ਦੇ ਗਰਭ ਦੇ ਅੰਦਰ ਰੱਖਿਆ। ਜਿਨ ਦੀਨੀ ਸੋਭਾ ਵਡਿਆਈ, ਤਿਸ ਪ੍ਰਭ ਕੋ 8 ਪੈਰ ਧਿਆਈ। ਫਿਰ ਉਹਨੂੰ ਤੇ 8 ਪੈਰ ਹੀ ਧਿਆਉਣਾ ਚਾਹੀਦਾ ਹੈ ਨਾ। ਜਿਸ ਪ੍ਰਮਾਤਮਾ ਨੇ ਤੈਨੂੰ ਇੰਨੀ ਕਿਰਪਾ ਕੀਤੀ ਹੋਈ ਹੈ। ਜਿੱਥੇ ਆਪਾਂ ਬਚਨ ਪੜ੍ਹਦੇ, ਜਿਨ ਨੱਕ ਕੀਤੇ ਅੱਖੀ ਨਾਕ, ਜਿਨ ਜਿਹਵਾ ਦਿੱਤੀ ਬੋਲੇ ਦਾਤ। ਤੈਨੂੰ ਸਿਮਰਨ ਕਰਨ ਦੇ ਸੁਣਨ ਵਾਸਤੇ ਕੰਨ ਦਿੱਤੇ ਹੋਏ ਨੇ, ਅੱਖਾਂ ਦਿੱਤੀਆਂ ਹੋਈਆਂ ਹੈ, ਮਾੜੇ ਚੰਗੇ ਦੀ ਪਛਾਣ ਕਰਨ ਲਈ ਨਾਸਕ ਦਿੱਤੀ ਹੋਈ ਹੈ। ਜਿਨ ਜਿਹਵਾ ਦਿੱਤੀ ਬੋਲੇ ਦਾਤ, ਜਿਸ ਪ੍ਰਮਾਤਮਾ ਨੇ ਤੈਨੂੰ ਜੀਭਾ ਦਿੱਤੀ ਹੋਈ ਹੈ, ਜਿਹਦੇ ਨਾਲ ਤੂੰ ਬੋਲ ਸਕਦਾ ਹੈ। ਜਿਨ ਮਨ ਰਾਖਿਆ ਅਗਨੀ ਪਾਏ, ਜਿਸ ਪ੍ਰਮਾਤਮਾ ਨੇ ਇਸ ਜਿੰਦ ਨੂੰ ਮਾਂ ਦੀ ਗਰਭ ਦੇ ਅੰਦਰ ਟਿਕਾ ਕਰਕੇ ਰੱਖਿਆ ਸੀ। ਜਿੱਥੇ ਆਪਾਂ ਪੜ੍ਹਦੇ, ਦੀਨੇ ਹਸਤ ਪਾਪ ਕਰਨ ਨੇਤਰ ਰਸਨਾ, ਤਿਸੇ ਤਿਆਗ ਅਵਰ ਸੰਗ ਰਚਨਾ। ਜਿਹਨੇ ਤੈਨੂੰ ਸਾਰਾ ਕੁਝ ਦਿੱਤਾ ਹੋਇਆ, ਕਿਉਂ ਉਸ ਪ੍ਰਮਾਤਮਾ ਨੂੰ ਭੁੱਲ ਕਰਕੇ ਆਪਾਂ ਹੋਰ ਕਿਸੇ ਬੰਨੇ ਵਾਲੇ ਪਾਸੇ ਜਾਂਦੇ ਪਏ। ਇਸ ਕਰਕੇ ਸਤਿਗੁਰੂ ਇੱਥੇ ਸਾਨੂੰ ਇਹ ਸਮਝਾ ਰਹੇ ਨੇ, ਕਹਿ ਲੱਗੇ ਜਿਨ ਤੂੰ ਸਾਜ ਸਵਾਰ ਸੀਗਾਰਿਆ, ਗਰਭ ਅਗਨ ਮੈਂ ਜਿਨੇ ਉਬਾਰਿਆ। ਜਿਸ ਪ੍ਰਮਾਤਮਾ ਨੇ ਤੈਨੂੰ ਰੱਖ ਲਿਆ ਹੈ। ਅੱਗੇ ਹਜ਼ੂਰ ਬਖਸ਼ਿਸ਼ ਕਰ ਰਹੇ ਨੇ, ਬਾਰ ਵਿਵਸਥਾ ਤੁਝੇ ਪਿਆਰੇ ਦੂਧ। ਹੁਣ ਤੂੰ ਪਹਿਲਾਂ ਆਇਆ ਸੰਸਾਰ ਦੇ ਅੰਦਰ, ਤੇਰੀ ਬਾਲ ਉਮਰ ਸੀ, ਤੇਰੇ ਕੋਲ ਦੰਦ ਨਹੀਂ ਸਨ ਹੈਗੇ, ਤੂੰ ਕੁਝ ਛਕ ਨਹੀਂ ਸੀ ਸਕਦਾ। ਕੇਵਲ ਤੇ ਕੇਵਲ ਤੈਨੂੰ ਨੀਰ ਤੇ ਦੁੱਧ ਦੀ ਸੂਝ ਦੇ ਦਿੱਤੀ ਉਸ ਪ੍ਰਮਾਤਮਾ ਨੇ। ਤੇ ਸਤਿਗੁਰੂ ਪਾਤਸ਼ਾਹ ਜੀ ਤਾਂ ਇੱਥੋਂ ਤੱਕ ਬਚਨ ਕਹਿੰਦੇ ਨੇ, ਪਹਿਲੋਂ ਦੇਤਾ ਹੈ ਰਿਜਕ ਸਮਾਹਾ, ਪਿੱਛੋਂ ਦੇਤਾ ਹੈ ਜੰਤ ਉਪਾਹਾ। ਪਤਾ ਸੀ ਤੇਰੇ ਪੇਟ ਦੀ ਭੁੱਖ ਕੇਵਲ ਤੇ ਕੇਵਲ ਮਾਂ ਦੇ ਦੁੱਧ ਦੇ ਨਾਲ ਮਿਟਣੀ ਹੈ, ਤੇਰਾ ਇਹਦਾ ਪ੍ਰਬੰਧ ਉਸ ਪ੍ਰਮਾਤਮਾ ਨੇ ਪਹਿਲਾਂ ਕਰ ਦਿੱਤਾ। ਬਾਰ ਵਿਵਸਥਾ ਤੁਝੇ ਪਿਆਰੇ ਦੂਧ, ਤੇਰੇ ਵਾਸਤੇ ਉਸ ਪ੍ਰਮਾਤਮਾ ਨੇ ਇਹ ਕਿਰਪਾ ਕਰ ਦਿੱਤੀ, ਇਹ ਰਹਿਮਤ ਕਰ ਦਿੱਤੀ ਉਸ ਪ੍ਰਮਾਤਮਾ ਨੇ। ਜਿਹਨੂੰ ਗੁਰਬਾਣੀ 'ਚ ਪੜ੍ਹਦੇ, ਪਹਿਲੇ ਪਿਆਰ ਲੱਗਾ ਥਾਣ ਦੁੱਧ। ਪਹਿਲਾ ਪ੍ਰੇਮ ਤੇਰਾ ਦੁੱਧ ਦੇ ਨਾਲ ਹੀ ਜੋੜਿਆ ਉਸ ਪ੍ਰਮਾਤਮਾ ਨੇ। ਇਸ ਕਰਕੇ ਸਾਰਿਆਂ ਤੋਂ ਪਹਿਲਾਂ ਸਤਿਗੁਰੂ ਕਹਿੰਦੇ ਨੇ, ਜਦੋਂ ਤੈਨੂੰ ਭੇਜਿਆ ਸੰਸਾਰ ਦੇ ਉੱਪਰ, ਬਾਰ ਵਿਵਸਥਾ ਤੁਝੇ ਪਿਆਰੇ ਦੂਧ, ਕਹਿ ਲੱਗੇ ਤੇਰੇ ਛਕਣ ਦਾ ਦੁੱਧ ਦਾ ਪ੍ਰਬੰਧ ਹੋ ਗਿਆ। ਪਰ ਜੋਬਨ ਭੋਜਨ ਸੁਖ ਸੂਦ, ਫਿਰ ਕਹਿਣ ਲੱਗੇ ਤੂੰ ਥੋੜਾ ਜਿਹਾ ਜਵਾਨ ਹੋਣ ਲੱਗ ਪਿਆ। ਫਿਰ ਕੀ ਕੀਤਾ ਪ੍ਰਮਾਤਮਾ ਨੇ, ਕਹਿਣ ਲੱਗੇ ਤੇਰੇ ਤੇ ਜਵਾਨੀ ਆ ਗਈ, ਹੌਲੀ ਹੌਲੀ ਦੰਦ ਆਉਣੇ ਸ਼ੁਰੂ ਹੋ ਗਏ, ਤੇਰੇ ਪੇਟ ਦੀ ਭੁੱਖ ਵਧਣ ਲੱਗ ਪਈ। ਫਿਰ ਭੋਜਨ, ਫਿਰ ਹਰ ਇੱਕ ਸੁੱਖ, ਫਿਰ ਤੈਨੂੰ ਨਾਲ ਦੀ ਨਾਲ ਸੋਝੀ ਦੇਣ ਲੱਗ ਪਿਆ ਪ੍ਰਮਾਤਮਾ। ਪਹਿਲਾਂ ਤੂੰ ਬਾਲਕ ਸੀ, ਇਨਿਆਣ ਸੀ, ਜੋ ਜੋ ਵੱਡਾ ਹੋਣ ਲੱਗ ਪਿਆ ਫਿਰ ਸੋਝੀ ਮਿਲਣ ਲੱਗ ਪਈ। ਭਰ ਜੋਬਨ ਭੋਜਨ ਸੁਖ ਸੂਦ, ਇਹ ਸਾਰਾ ਕੁਝ ਪ੍ਰਮਾਤਮਾ ਨੇ ਤੇਰੀ ਝੋਲੀ ਵਿੱਚ ਪਾ ਦਿੱਤਾ। ਬਿਰਧ ਪਿਆ ਉਪਰ ਸਾਕ ਸੈਣ,
ਮੁਖ ਅਪਿਆਓ ਬੈਠ ਕਉ ਦੈਣ। ਹੁਣ ਕੀ ਹੋਇਆ, ਜਦੋਂ ਤੂੰ ਬਾਲਕ ਸੀ ਉਦੋਂ ਦੁੱਧ ਦਾ ਪ੍ਰਬੰਧ, ਭਰ ਜਵਾਨੀ 'ਚ ਆ ਗਿਆ, ਤੈਨੂੰ ਸੂਝ ਦੇ ਦਿੱਤੀ, ਹਰ ਇੱਕ ਸੁੱਖ ਦੇ ਦਿੱਤਾ, ਛਕਣ ਵਾਸਤੇ ਦੰਦ ਦੇ ਦਿੱਤੇ। ਹੁਣ ਤੀਜੇ ਪੜਾਅ ਦੇ ਵਿੱਚ ਪਹੁੰਚ ਗਿਆ ਕਿ ਤੂੰ ਬਿਰਧ ਹੋ ਗਿਆ। ਜਦੋਂ ਬਿਰਧ ਹੋ ਗਿਆ ਫਿਰ ਬਿਰਧ ਭਇਆ ਉੱਪਰ ਸਾਖ ਸੈਣ, ਫਿਰ ਤੇਰੀ ਸੇਵਾ ਕਰਨ ਵਾਸਤੇ ਤੇਰਾ ਪਰਿਵਾਰ ਬਣਾ ਦਿੱਤਾ। ਤੇਰੀ ਸੇਵਾ ਕਰਨ ਲਈ ਤੈਨੂੰ ਪੁੱਤ ਪੋਤਰਿਆਂ ਦੀਆਂ ਦਾਤਾਂ ਦੇ ਦਿੱਤੀਆਂ ਉਸ ਪਰਮਾਤਮਾ ਨੇ ਕਿ ਤੂੰ ਬਿਰਧ ਹੋ ਗਿਆ, ਹੁਣ ਮੰਜੇ ਤੋਂ ਉੱਠ ਨਹੀਂ ਸਕਦਾ, ਹੁਣ ਤੇਰੇ ਬੈਠੇ ਹੋਏ ਦਾ ਹੀ ਭੋਜਨ ਦਾ ਪ੍ਰਬੰਧ ਕਰ ਦਿੱਤਾ। ਮੁਖ ਅਪਿਆਓ ਬੈਠ ਕੋ ਦੇਣ। ਹੁਣ ਤੇਰੇ ਜੇ ਹੱਥ ਕੰਬਦੇ ਨੇ, ਕੰਮ ਨਹੀਂ ਕਰਦੇ, ਤਾਂ ਭੋਜਨ ਚਮਚਿਆਂ ਦੇ ਨਾਲ ਤੇਰੇ ਮੁਖ ਦੇ ਵਿੱਚ ਪੈਣ ਲੱਗ ਪਿਆ। ਪਰ ਇਹ ਸਾਰਾ ਸਤਿਗੁਰੂ ਸਾਨੂੰ ਚੇਤੇ ਪਤਾ ਕਿਉਂ ਕਰਵਾ ਰਹੇ ਨੇ, ਕਿਉਂਕਿ ਸਤਿਗੁਰੂ ਪਾਤਸ਼ਾਹ ਜੀ ਆਪਾਂ ਨੂੰ ਪਿੱਛੇ ਕਹਿ ਆਏ ਨੇ ਕਿ ਰਮਈਆ ਕੇ ਗੁਣ ਚੇਤ ਪ੍ਰਾਨੀ। ਇਹ ਪ੍ਰਮਾਤਮਾ ਦੇ ਗੁਣ ਨੇ ਤੇ ਇਹਨਾਂ ਨੂੰ ਚੇਤੇ ਰੱਖ। ਵੇਖ ਪ੍ਰਮਾਤਮਾ ਨੇ ਤੇਰਾ ਜਨਮ ਤੋਂ ਪਹਿਲਾਂ ਤੋਂ ਲੈ ਕਰਕੇ ਆਓ ਮਰਨ ਦੇ ਬਾਅਦ ਦੇ ਤੱਕ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਤੇਰੀਆਂ ਸੁੱਖ ਸਹੂਲਤਾਂ ਸੁੱਖ ਉਸ ਪਰਮਾਤਮਾ ਨੇ ਸਾਰਾ ਕੁਝ ਹੀ ਪ੍ਰਬੰਧ ਕੀਤਾ ਹੈ। ਜਦੋਂ ਤੂੰ ਹੋਂਦ ਤੇਰੀ ਸ਼ੁਰੂ ਹੋਈ ਉਦੋਂ ਵੀ ਪ੍ਰਮਾਤਮਾ ਨੇ ਕਿਰਪਾ ਕੀਤੀ ਤੇਰੇ ਉੱਪਰ। ਤੂੰ ਜਨਮ ਧਾਰਨ ਕਰਕੇ ਆ ਗਿਆ, ਪ੍ਰਮਾਤਮਾ ਹਰ ਇੱਕ ਤੈਨੂੰ ਸੁੱਖ ਸਹੂਲਤ ਦਿੰਦਾ ਰਿਹਾ ਤੇ ਤੇਰੇ ਪੱਲੇ ਸਤਿਗੁਰਾਂ ਨੇ ਨਾਮ ਦੀ ਦਾਤ ਪਾ ਦਿੱਤੀ। ਜਿੱਦਣ ਤੂੰ ਇਸ ਸੰਸਾਰ ਦੇ ਉੱਤੋਂ ਜਾਣਾ ਹੈ, ਨਾਮ ਨੂੰ ਚੇਤੇ ਰੱਖੀ, ਉਧਰ ਨਾਮ ਨੇ ਤੇਰੀ ਉੱਥੇ ਵੀ ਸਹਾਇਤਾ ਕਰਨੀ ਹੈ। ਇਸ ਕਰਕੇ ਸਤਿਗੁਰੂ ਪਾਤਸ਼ਾਹ ਜੀ ਕਹਿ ਰਹੇ ਬਿਰਧ ਭਇਆ ਉੱਪਰ ਸਾਖ ਸੈਣ। ਅੱਜ ਬਿਰਧ ਹੋ ਗਿਆ ਤੇ ਮੰਜੇ ਤੇ ਬੈਠ ਗਿਆ ਹੈ, ਪਰ ਮਾਫ ਕਰਿਓ ਪ੍ਰਮਾਤਮਾ ਤੇ ਅਜੇ ਵੀ ਚੇਤੇ ਨਹੀਂ ਹੈ, ਅਜੇ ਵੀ ਉਹਦੇ ਗੁਣਾਂ ਨੂੰ ਚੇਤੇ ਨਹੀਂ ਕਰਦਾ, ਅਜੇ ਵੀ ਝਗੜੇ ਉਸੇ ਤਰ੍ਹਾਂ ਹੀ ਕਰਦਾ ਪਿਆ ਹੈ। ਕਦੇ ਇਹ ਨਹੀਂ ਸੋਚਦਾ ਕਿ ਪ੍ਰਮਾਤਮਾ ਨੇ ਮੈਨੂੰ ਸਾਰਾ ਕੁਝ ਦਿੱਤਾ ਹੋਇਆ, ਮੈਨੂੰ ਬੈਠੇ ਨੂੰ ਸਾਰਾ ਕੁਝ ਮਿਲ ਰਿਹਾ ਹੈ। ਪਰ ਕਈ ਵਾਰੀ ਬੰਦੇ ਨੂੰ ਇਹੋ ਜਿਹੇ ਗੁਣ ਵੀ ਕਰਨੇ ਪੈਂਦੇ ਨੇ ਕਿ ਬੈਠੇ ਨੂੰ ਸਾਰਾ ਕੁਝ ਮਿਲੀ ਜਾਵੇ। ਕਈ ਸੰਸਾਰ ਦੇ ਉੱਪਰ ਆਪਾਂ ਇਹੋ ਜਿਹੇ ਵੀ ਦੇਖਦੇ ਹਾਂ ਜਿਹੜੇ ਰੁਲਦੇ ਵੀ ਹੈ, ਫਿਰ ਜਿਨ੍ਹਾਂ ਨੂੰ ਫਿਰ ਕੁਝ ਵੀ ਨਹੀਂ ਪ੍ਰਾਪਤ ਹੁੰਦਾ, ਕਿਉਂਕਿ ਇਹ ਤਾਂ ਸਮੇਂ ਦੇ ਮੁਤਾਬਕ ਹੈ ਨਾ। ਜਿਵੇਂ ਬਾਬਾ ਫਰੀਦ ਸਾਹਿਬ ਆਖਦੇ ਨੇ, ਫਰੀਦਾ ਇੰਨੀ ਨਿੱਕੀ ਜੱਕੀਏ ਜਲ ਡੂਗਰ ਭਵੇ ਓਮ, ਅੱਜ ਫਰੀਦੇ ਕੂੰਜੜਾ ਸੈ ਕੋਹਾਂ ਥੀ ਓਮ। ਕਹਿ ਲੱਗੇ ਜਦੋਂ ਛੋਟੀਆਂ ਛੋਟੀਆਂ ਅਜੇ ਲੱਤਾਂ ਸਨ, ਭਰ ਜਵਾਨੀ ਦੇ ਵਿੱਚ ਸਾਹ, ਕਹਿ ਲੱਗੇ ਮੈਂ ਵੱਡੇ ਵੱਡੇ ਪਹਾੜ ਲੰਘ ਜਾਂਦਾ ਸੀ, ਅੱਜ ਫਰੀਦੇ ਕੂੰਜੜਾ, ਅੱਜ ਵਡੇਪਾ ਆ ਗਿਆ, ਮੰਜੇ 'ਤੇ ਪਿਆ ਹੈ, ਲਾਗੇ ਪਾਣੀ ਵਾਲਾ ਕੁੱਜਾ ਪਿਆ ਹੈ, ਕਹਿਣ ਲੱਗੇ ਸੈ ਕੋਹਾਂ ਥੀ ਓਮ। ਉਹ ਵੀ ਲੱਗਦਾ ਜਿਵੇਂ ਕੋਹ ਦੇ ਉੱਪਰ ਪਿਆ ਹੋਵੇ। ਉੱਠ ਕਰਕੇ ਬੰਦਾ ਪਾਣੀ ਫੜ ਕਰਕੇ ਵੀ ਆਪਣੇ ਮੁੱਖ 'ਚ ਨਹੀਂ ਪਾ ਸਕਦਾ, ਹੁਣ ਦੂਜਾ ਹੀ ਪਾਵੇਗਾ ਨਾ ਚਮਚਾ ਲੈ ਕੇ ਮੁੱਖ ਦੇ ਵਿੱਚ। ਤੇ ਇਹ ਦਾਤ ਕਿਹਨੇ ਦਿੱਤੀ ਹੋਈ ਹੈ, ਮੁਖ ਅਪਿਆਓ ਬੈਠ ਕੋ ਦੇਣ, ਕਿ ਪ੍ਰਮਾਤਮਾ ਨੇ ਤੇਰੀ ਝੋਲੀ ਵਿੱਚ ਸਾਰਾ ਕੁਝ ਪਾਇਆ ਕਿ ਭਾਈ ਤੈਨੂੰ ਬੈਠਿਆਂ ਹੀ ਸਾਰਾ ਕੁਝ ਮਿਲ ਜਾਵੇ। ਤੇ ਹੁਣ ਜੇ ਬੈਠਿਆਂ ਮਿਲ ਰਿਹਾ ਹੈ ਤੇ ਚਾਹੀਦਾ ਕਿ ਅਜੇ ਵੀ ਉਸ ਪ੍ਰਮਾਤਮਾ ਦੇ ਗੁਣ ਆਪਾਂ ਚੇਤੇ ਕਰ ਲਈਏ। ਪਰ ਸਤਿਗੁਰੂ ਅਗਲੀ ਪੰਕਤੀ 'ਚ ਕਹਿੰਦੇ ਨੇ, ਇਹੋ ਨਿਰਗੁਣ ਗੁਣ ਕਛੂ ਨਾ ਬੂਝੈ। ਨਹੀਂ ਸਤਿਗੁਰੂ ਮੇਰੀ ਸਾਰੀ ਉਮਰ ਨਿਕਲ ਗਈ, ਪਰ ਅਸੀਂ ਤੇਰੇ ਉਪਕਾਰ ਨੂੰ ਸਮਝਿਆ ਹੀ ਨਹੀਂ ਹੈ। ਅਸੀਂ ਮਾਂ ਦੀ ਗਰਭ ਤੋਂ ਲੈ ਕਰਕੇ ਬਾਲ ਜਵਾਨੀ ਬਿਰਧ ਇਹ ਸਾਰਾ ਕੁਝ ਲੰਘ ਗਏ, ਮੌਤ ਦੇ ਮੂੰਹ ਦੇ ਤੱਕ ਆ ਗਏ, ਪਰ ਨਹੀਂ ਇਹੋ ਨਿਰਗੁਣ ਗੁਣ ਕਛੂ ਨਾ ਬੂਝੈ। ਅਸੀਂ ਤੇਰੇ ਗੁਣ ਨੂੰ ਕਦੇ ਯਾਦ ਨਹੀਂ ਕੀਤਾ, ਸਾਰੀ ਉਮਰ ਉਲਾਮਿਆਂ 'ਚ ਹੀ ਕੱਢ ਦਿੱਤੀ ਹੈ। ਦਿੱਤਾ ਹੀ ਕੀ, ਇਹੋ ਹੀ ਰੌਲਾ ਪੈਂਦਾ ਰਿਹਾ ਸਾਰੀ ਉਮਰ ਦੇ ਅੰਦਰ, ਇਹੋ ਹੀ ਝਗੜੇ ਖੜੇ ਕਰਦਾ ਰਿਹਾ, ਕਈਆਂ ਨਾਲ ਕੀਤੇ ਕਈਆਂ ਨਾਲ ਲੜਿਆ, ਕਈ ਕੁਝ ਕੀਤਾ ਸੰਸਾਰ ਦੇ ਉੱਪਰ, ਪਰ ਜੋ ਕੁਝ ਤੂੰ ਦਿੱਤਾ ਸੀ ਉਹ ਤੇ ਕਦੇ ਯਾਦ ਹੀ ਨਹੀਂ ਕੀਤਾ। ਜਿਹੜੇ ਕੰਮ ਵਾਸਤੇ ਤੂੰ ਮੈਨੂੰ ਭੇਜਿਆ ਸੀ ਉਹਦਾ ਤੇ ਕਦੇ ਮੇਰੇ ਮਨ ਦੇ ਅੰਦਰ ਖਿਆਲ ਹੀ ਨਹੀਂ ਆਇਆ। ਇਹ ਤੇ ਕਦੇ ਸੋਚਿਆ ਹੀ ਨਹੀਂ ਕਿ ਮੈਂ ਇੱਥੇ ਪ੍ਰਾਣੀ ਤੂੰ ਆਇਓ ਲਾਹਾ ਲੈਣ, ਆਏ ਤੇ ਲਾਹਾ ਲੈਣ ਵਾਸਤੇ ਸੀ। ਕਈਆਂ ਨਾਲ ਲਗੜ ਝਗੜ ਕਰਕੇ ਤੇ ਸੰਸਾਰ ਤੋਂ ਜਿੱਦਾਂ ਦੇ ਆਏ ਸੀ ਉੱਦਾਂ ਦੀ ਖਾਲੀ ਦੇ ਖਾਲੀ ਤੁਰ ਗਏ। ਤਾਂ ਸਤਿਗੁਰੂ ਕਹਿੰਦੇ ਇਹੋ ਨਿਰਗੁਣ ਗੁਣ ਕਛੂ ਨਾ ਬੂਝੈ। ਹੁਣ ਕਿੱਦਾਂ ਯਾਦ ਕਰਨਾ ਸੀ, ਰੈਣ ਦਿਰਸ ਪ੍ਰਭਾਤ ਤੂੰ ਹੈ ਹੀ ਗਾਵਣਾ, ਜੀ ਜੰਤ ਸਰਬਤ ਨਾਉ ਤੇਰਾ ਧਿਆਵਣਾ, ਤੂੰ ਦਾਤਾ ਦਤਾਰ ਤੇਰਾ ਦਿੱਤਾ ਖਾਵਣਾ। ਇਹ ਗੁਣ ਯਾਦ ਕਰਨੇ ਸਨ ਉਸ ਪਰਮਾਤਮਾ ਦੇ। ਸਤਿਗੁਰੂ ਰਾਤ ਦਿਨ ਅਸੀਂ ਤੈਨੂੰ ਚੇਤੇ ਕਰਦੇ, ਤੇਰੇ ਕਹੇ ਹੋਏ ਗੁਣ ਜਿਹੜੇ ਦਿੱਤੇ ਹੋਈਆਂ ਦਾਤਾਂ ਨੇ
ਉਹ ਮੇਰੇ ਮਨ ਦੇ ਅੰਦਰ ਚੇਤੇ ਰਹਿੰਦੀਆਂ। ਪਰ ਸਤਿਗੁਰੂ ਅਸੀਂ ਤੇਰੇ ਗੁਣ ਨੂੰ ਯਾਦ ਨਹੀਂ ਕਰ ਸਕੇ। ਬਖਸ਼ ਲੇਹੋ ਤਉ ਨਾਨਕ ਸੀਜੈ। ਪਰ ਜਿਨ੍ਹਾਂ ਦੇ ਉੱਪਰ ਸਤਿਗੁਰੂ ਤੁਸੀਂ ਮਿਹਰ ਕਰਦੇ ਹੋ ਉਹਨਾਂ ਨੂੰ ਇਹ ਸਮਝ ਪੈ ਸਕਦੀ ਹੈ। ਬਖਸ਼ ਲਿਓ ਤਉ ਨਾਨਕ ਸੀਜੈ। ਜਦੋਂ ਤੂੰ ਰਹਿਮਤ ਕਰ ਦਵੇਂ, ਤੂੰ ਬਖਸ਼ ਲਵੇਂ, ਘੱਟੋ ਘੱਟ ਸਾਡੇ ਮਨਾਂ ਦੇ ਅੰਦਰ ਇਹ ਸੋਝੀ ਪੈ ਜਾਵੇ ਕਿ ਅਸੀਂ ਤੇਰੇ ਗੁਣਾਂ ਨੂੰ ਚੇਤੇ ਕਰ ਸਕੀਏ। ਨਹੀਂ ਤਾਂ ਸਾਡੀ ਹਾਲਤ ਹੈ ਸਤਿਗੁਰੂ, ਤੇਰੇ ਗੁਣ ਬਹੁਤੇ, ਮੈਂ ਏਕ ਨਾ ਜਾਣਿਆ, ਮੈਂ ਮੂਰਖ ਕਿਛ ਦੀਜੈ। ਤੇਰੇ ਗੁਣ ਬੇਅੰਤ ਸਨ ਸਤਿਗੁਰੂ, ਬੇਅੰਤ ਵਡਿਆਈਆਂ ਤੂੰ ਮੇਰੀ ਝੋਲੀ ਵਿੱਚ ਪਾਈਆਂ, ਪਰ ਮੈਂ ਏਕ ਨਾ ਜਾਣਿਆ, ਮੈਂ ਇੱਕ ਵੀ ਨਹੀਂ ਸਮਝ ਸਕਿਆ। ਮੈਂ ਮੂਰਖ ਕਿਛ ਦੀਜੈ। ਸਤਿਗੁਰੂ ਮੈਂ ਮੂਰਖ ਹੈ ਤੇ ਮੈਨੂੰ ਕੋਈ ਅਕਲ ਦੀ ਗੱਲ ਸਮਝਾ ਦਿਓ। ਪ੍ਰਣਵਤ ਨਾਨਕ ਸੁਣ ਮੇਰੇ ਸਾਹਿਬਾ, ਡੁੱਬਦਾ ਪੱਥਰ ਲੀਜੈ। ਐ ਸਤਿਗੁਰੂ ਕਿਰਪਾ ਤੇ ਰਹਿਮਤ ਕਰ ਦਿਓ, ਡੁੱਬਦੇ ਹੋਏ ਨੂੰ ਮੈਨੂੰ ਬਚਾ ਲੈਣਾ ਕਰੋ। ਜਿੱਥੇ ਆਪਾਂ ਪੜ੍ਹਦੇ ਹਮ ਅਪਰਾਧੀ ਸਦ ਭੂਲਦੇ, ਤੁਮ ਬਖਸ਼ਣਹਾਰੇ। ਅਸੀਂ ਜੀਵ ਅਪਰਾਧੀ ਹਾਂ ਸਤਿਗੁਰੂ, ਸਦਾ ਹੀ ਭੁੱਲਦੇ ਹੀ ਰਹਿੰਦੇ ਹਾਂ, ਪਰ ਤੂੰ ਬਖਸ਼ਣ ਵਾਲਾ ਹੈ। ਹਮ ਅਪਰਾਧੀ ਸਦ ਭੂਲਦੇ, ਤੁਮ ਬਖਸ਼ਣਹਾਰੇ। ਹਮ ਅਵਗਣ ਕਰੇ ਅਸੰਖ ਨੀਤ, ਤੁਮ ਨਿਰਗੁਣ ਦਾਤਾਰੇ। ਅਸੀਂ ਤੇ ਅਗਿਣਤ ਅਵਗਣ ਕਰਦੇ ਆ, ਪਰ ਸਤਿਗੁਰੂ ਤੂੰ ਫਿਰ ਵੀ ਸਾਨੂੰ ਬਖਸ਼ੀ ਜਾਣਾ ਹੈ। ਤੇਰੀ ਬੜੀ ਰਹਿਮਤ ਹੈ ਬਾਬਾ। ਮੈਂ ਕਰਮਹੀਣ ਕੁੜਿਆਰ, ਸਾਡੇ ਤੋਂ ਮੰਦ ਭਾਗਾ ਵੀ ਕੋਈ ਹੋ ਸਕਦਾ ਹੈ ਸੰਸਾਰ ਦੇ ਅੰਦਰ, ਸਾਡੇ ਵਰਗਾ ਅਕਿਰਤ ਘੜ ਵੀ ਕੋਈ ਹੋਵੇਗਾ ਬਾਬਾ। ਮੈਂ ਕਰਮਹੀਣ ਕੁੜਿਆਰ, ਨਾਮ ਨਾ ਪਾਇਆ ਤੇਰਾ, ਅੰਧਾ ਭਰਮ ਭੂਲਾ ਮਨ ਮੇਰਾ। ਅਸੀਂ ਤੇਰੇ ਨਾਮ ਨੂੰ ਜਪ ਹੀ ਨਹੀਂ ਸਕੇ ਤੇ ਤੇਰੀ ਵਡਿਆਈ ਕਰ ਹੀ ਨਹੀਂ ਸਕੇ। ਅਸੀਂ ਸਾਰੀ ਉਮਰ ਸੰਸਾਰ ਦੇ ਅੰਦਰ ਕੁਰਾਹੇ ਰਸਤੇ ਦੇ ਉੱਪਰ ਪੈ ਕਰਕੇ ਕੱਢ ਦਿੱਤੀ ਹੈ। ਪਰ ਸਤਿਗੁਰੂ ਕਿਰਪਾ ਕਰਦੇ ਹੋ, ਬਖਸ਼ ਲਿਓ ਤਉ ਨਾਨਕ ਸੀਜੈ। ਜਦੋਂ ਤੁਸੀਂ ਬਖਸ਼ ਲਓਗੇ ਨਾ, ਫਿਰ ਸਾਨੂੰ ਇਹ ਸੋਝੀ ਪ੍ਰਾਪਤ ਹੋ ਜਾਣੀ ਹੈ। ਸੋ ਇਸ ਕਰਕੇ ਸਾਨੂੰ ਸਤਿਗੁਰੂ ਇਹ ਗੱਲ ਸਮਝਾ ਰਹੇ ਨੇ ਕਿ ਭਾਈ ਉਸ ਪਰਮਾਤਮਾ ਨੂੰ ਸਦਾ ਹੀ ਚੇਤੇ ਰੱਖਣਾ। ਨਿਰਗੁਣ ਯਾਰ ਇਆਨਿਆ, ਸੋ ਪ੍ਰਭ ਸਦਾ ਸੰਭਾਲ, ਜਿਨ ਕੀਆ ਤਿਸ ਜੀਤ ਰੱਖ, ਨਾਨਕ ਨਿਭੀ ਨਾਲ। ਇਹ ਉਹਦੇ ਗੁਣ ਨੇ ਪ੍ਰਮਾਤਮਾ ਦੇ। ਸੋ ਸਤਿਗੁਰੂ ਇੱਕ ਇੱਕ ਤੋਂ ਆਪਾਂ ਨੂੰ ਜਾਣੂ ਕਰਵਾਇਆ ਇਸ ਹਜ਼ੂਰ ਨੇ। ਮਾਂ ਦੀ ਗਰਭ ਤੋਂ ਲੈ ਕਰਕੇ ਤੈਨੂੰ ਸੰਸਾਰ ਤੇ ਭੇਜਿਆ, ਬਾਲਕ ਅਵਸਥਾ ਬਿਰਧ ਅਵਸਥਾ ਦੇ ਤੱਕ ਤੈਨੂੰ ਬੈਠਿਆ ਹੋਇਆ ਭੋਜਨ ਦਾ ਪ੍ਰਬੰਧ ਸਾਰਾ ਕੁਝ ਇੱਕ ਇੱਕ ਗਿਆਨ ਇੰਦਰਾ ਦੇ ਕਰਕੇ ਭੇਜਿਆ ਹੋਇਆ ਇਸ ਸੰਸਾਰ ਦੇ ਉੱਪਰ। ਖਾਣ ਦੀ ਸੂਝ ਹੈ ਤੈਨੂੰ, ਚੱਲਣ ਫਿਰਨ ਦੀ ਸੂਝ ਹੈ, ਹਰ ਇੱਕ ਕੰਮ ਕਾਰਜ ਕਰਨ ਦੀ ਸੂਝ ਹੈ। ਇਹ ਸਾਰੀਆਂ ਦਾਤਾਂ ਪਰਮਾਤਮਾ ਦੀਆਂ ਦਿੱਤੀਆਂ ਹੋਈਆਂ ਨੇ, ਇਹ ਪੈਸਿਆਂ ਦੇ ਨਾਲ ਨਹੀਂ ਖਰੀਦੀਆਂ ਜਾਂਦੀਆਂ। ਜੇ ਕੋਈ ਕਵੇ ਕਿ ਮੈਂ ਸਾਰਾ ਕੁਝ ਪੈਸੇ ਨਾਲ ਖਰੀਦ ਲਵਾਂ, ਕੋਈ ਵੀ ਸਰੀਰ ਦਾ ਅੰਗ ਜਿਹੜਾ ਹੈ ਉਹ ਪੈਸੇ ਦੇ ਨਾਲ ਖਰੀਦਿਆ ਨਹੀਂ ਜਾ ਸਕਦਾ, ਭਾਵੇਂ ਕਿਸੇ ਦੇ ਕੋਲ ਕਰੋੜਾਂ ਦੇ ਤੱਕ ਕਿਉਂ ਨਾ ਹੋਵੇ। ਕਿਉਂ? ਇਹ ਪ੍ਰਮਾਤਮਾ ਦੀ ਬਹੁਮੁੱਲੀ ਦਾਤ ਹੈ ਤੇ ਜਿਹੜੀ ਪਰਮੇਸ਼ਰ ਨੇ ਸਾਨੂੰ ਦੇ ਕਰਕੇ ਭੇਜੀ ਹੈ। ਪਰ ਇਹਦੇ ਬਦਲੇ ਕਰਨਾ ਕੀ ਹੈ? ਸਤਿਗੁਰੂ ਕਹਿੰਦੇ ਤੇਰਾ ਹੀ ਭਲਾ ਹੈ, ਸਵਾਸ ਸਵਾਸ ਨਾਮ ਜਪੀ ਚੱਲ। ਇਹਦੇ ਵਿੱਚ ਆਪਾਂ ਕੋਈ ਪਰਮਾਤਮਾ ਦਾ ਤੇ ਸਵਾਰਨਾ ਨਹੀਂ, ਨਾ ਕਿਸੇ ਦਾ ਕੋਈ ਲਾਮਾ ਲਾਉਣਾ। ਇਹਦੇ ਵਿੱਚ ਤੇ ਸਤਿਗੁਰੂ ਕਹਿੰਦੇ ਤੇਰਾ ਹੀ ਭਲਾ ਹੈ, ਕਿਉਂਕਿ ਤੈਨੂੰ ਇਹ ਇੱਕ ਵਾਰੀ ਦਿੱਤੀ ਹੋਈ ਹੈ। ਜੇ ਜਪ ਲਵੇਂਗਾ ਤੇ ਇੱਥੋਂ ਸੁਰਖਰੂ ਹੋ ਕਰਕੇ ਜਾਵੇਂਗਾ, ਜੇ ਨਾ ਜਪੇਗਾ ਤੇ ਦਾਗ ਦੋਸ ਮੋਏ ਚੱਲਿਆ ਲਾਏ, ਦਰਗੇ ਬੈਸਣ ਨਾਹੀਂ ਜਾਏ। ਫਿਰ ਤਾਂ ਉੱਥੇ ਜਾ ਕਰਕੇ ਟਿਕਾਣਾ ਨਹੀਂ ਹੋਣਾ। ਇਸ ਕਰਕੇ ਭਾਈ ਤੇਰੇ ਕੋਲ ਅਜੇ ਸਮਾਂ ਹੈ, ਇਹਨੂੰ ਸਵਾਸ ਸਵਾਸ ਪਰਮੇਸ਼ਰ ਦੇ ਨਾਮ ਨੂੰ ਜਪਿਆ ਕਰ। ਇਹੋ ਨਿਰਗੁਣ ਗੁਣ ਕਛੂ ਨਾ ਬੂਝੈ। ਇਹ ਅਣਜਾਣ ਪੁਣੇ ਵਿੱਚ ਪੈ ਕਰਕੇ ਕਿਤੇ ਆਪਾਂ ਪਰਮਾਤਮਾ ਦੇ ਗੁਣ ਨੂੰ ਭੁੱਲ ਨਾ ਜਾਈਏ, ਸਦਾ ਹੀ ਉਹਨੂੰ ਯਾਦ ਰੱਖਿਆ ਕਰੀਏ। ਬਖਸ਼ ਲਿਓ ਤਉ ਨਾਨਕ ਸੀਜੇ। ਉਹਦੇ ਪਾਸੋਂ ਇਹੋ ਜੀ ਮੱਤ ਲਈਏ ਕਿ ਸਤਿਗੁਰੂ ਸਦਾ ਹੀ ਤੇਰੇ ਚਰਨਾਂ ਦੇ ਨਾਲ ਅਸੀਂ ਜੁੜੇ ਰਹੀਏ। ਸੋ ਇਹ ਸਤਿਗੁਰੂ ਪਾਤਸ਼ਾਹ ਜੀ ਨੇ ਕਿਰਪਾ ਤੇ ਰਹਿਮਤ ਕਰਕੇ ਆਪਾਂ ਨੂੰ ਚੌਥੀ ਅਸ਼ਟਪਦੀ ਦੀ ਆਰੰਭਤਾ ਦੀ ਸ਼ਲੋਕ ਤੇ ਪਹਿਲੀ ਪੌੜੀ ਦੇ ਦੁਆਰਾ ਇਹ ਪਾਵਨ ਤੇ ਪਵਿੱਤਰ ਉਪਦੇਸ਼ ਬਖਸ਼ਿਆ। ਇਸ ਸਾਰੀ ਅਸ਼ਟਪਦੀ ਦੇ ਅੰਦਰ ਸਤਿਗੁਰਾਂ ਨੇ ਆਪਾਂ ਨੂੰ ਇਹ ਸਤਿਗੁਰੂ ਪਾਤਸ਼ਾਹ ਜੀ ਦੇ ਗੁਣਾਂ ਤੋਂ ਚੇਤੇ ਕਰਵਾਉਣਾ ਹੈ ਕਿ ਪਰਮਾਤਮਾ ਨੇ ਸਾਨੂੰ ਕੀ ਕੁਝ ਦਿੱਤਾ ਹੋਇਆ ਹੈ ਤੇ ਅਸੀਂ ਕੀ ਕੁਝ ਭੁੱਲਦੇ ਆ। ਜੇ ਭੁੱਲਾਂਗੇ ਫਿਰ ਸਾਡੀ ਹਾਲਤ ਕੈਸੀ ਹੋਣ ਵਾਲੀ ਹੈ, ਜੇ ਚੇਤੇ ਰੱਖਾਂਗੇ
ਫਿਰ ਸਤਿਗੁਰੂ ਕੈਸੀਆਂ ਕਿਰਪਾ ਵਰਤਾ ਦਿੰਦੇ ਨੇ। ਇੱਕ ਇੱਕ ਪੌੜੀ ਦੇ ਅੰਦਰ ਇਹ ਸਤਿਗੁਰੂ ਆਪਾਂ ਨੂੰ ਸਮਝਾਉਣਗੇ। ਸੋ ਹਜੂਰ ਦੀ ਪਹਿਲੀ ਪੌੜੀ ਦੀ ਵਿਚਾਰ ਕਰਦੇ ਆ, ਇੱਕ ਨਹੀਂ ਅਨੇਕ ਪ੍ਰਕਾਰ ਦੀਆਂ ਭੁੱਲਾ ਚੁੱਕਾ ਹੋ ਜਾਣੀਆਂ ਸੁਭਾਵਿਕ ਨੇ। ਸਤਿਗੁਰੂ ਸੰਗਤ ਬਖਸ਼ਣ ਯੋਗ ਹੈ, ਬਖਸ਼ ਲੈਣਾ ਜੀ। ਅਗਾਂਹ ਵਾਸਤੇ ਸਤਿਗੁਰੂ ਪਾਤਸ਼ਾਹ ਜੀ ਕਿਰਪਾ ਕਰਨ। ਆਓ ਅਖੀਰਲੀਆਂ ਪੰਕਤੀਆਂ ਪੜ੍ਹ ਕਰਕੇ ਸਮਾਪਤੀ ਕਰੀਏ ਜੀ। ਬਿਰਧ ਭਇਆ ਉਪਰ ਸਾਕ ਸੈਨ, ਮੁਖ ਅਪਿਆਓ ਬੈਠ ਕਉ ਦੈਣ। ਇਹੋ ਨਿਰਗੁਣ ਗੁਣ ਕਛੂ ਨਾ ਬੁਝੈ, ਬਖਸ ਲੇਹੋ ਤਉ ਨਾਨਕ ਸੀਜੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ